हेलो बच्चों, किवें हो तुसी सारे? ठीक हो ना? मैं थोड़ी रेनू मैम ते अज आपां पढ़ांगे इंग्लिश दी एक होर बहुत ही सोहनी जी पोएम जिहदा नाम है एबू बिन एधम। ठीक है, मैं रिपीट कर दी हाँ, एबू बिन एधम। ते ये पोएम जिहड़ी है ना, ये पोएम दे पोइट किहड़े ने? ली हंट। ਤੇ ਲੀ ਹੰਟ ਵੀ ਜਿਹੜੇ ਇੰਗਲੈਂਡ 'ਚ ਰਹਿੰਦੇ ਸੀ। ਬਹੁਤ ਸੋਹਣੀ ਪੋਇਮ ਹੈ ਇਹ। ਦਰਅਸਲ ਤੁਸੀਂ ਸੋਚੋਗੇ ਵੀ ਇਹ ਨਾਮ ਕਿਸ ਤਰ੍ਹਾਂ ਦਾ ਹੈ, ਐਬੂ ਬਿਨ ਐਧਮ। ਇਹ ਦਰਅਸਲ ਇੱਕ ਸੂਫੀ ਸੰਤ ਦਾ ਨਾਮ ਹੈ ਬੇਟੇ। ਐਬੂ ਬਿਨ ਐਧਮ ਸੂਫੀ ਸੰਤ ਦਾ। ਸੂਫੀ ਸੰਤ ਜਿਹੜੇ ਆ, ਸੂਫੀ ਸੰਤ ਕੌਣ ਹੁੰਦੇ ਆ? ਤੁਹਾਨੂੰ ਤੁਸੀਂ ਸੁਣਿਆ ਹੋਊਗਾ ਬਹੁਤ ਵਾਰੀ। ਜਿਹੜੇ ਸੂਫੀ ਸੰਤ ਹੁੰਦੇ ਆ ਨਾ, ਉਹਨਾਂ ਦੀ ਕੀ ਸਪੈਸ਼ਲਿਟੀ ਹੁੰਦੀ ਆ ਕਿ ਉਹ ਰੱਬ ਜੀ ਦੇ ਨਾਲ ਜੁੜੇ ਹੋਏ ਹੁੰਦੇ। ਕਹਿਣ ਦਾ ਭਾਵ ਕੀ ਆ ਕਿ ਉਹ ਹਮੇਸ਼ਾ ਰੱਬ ਦੀ ਭਗਤੀ ਦੇ ਵਿੱਚ ਲੱਗੇ ਹੁੰਦੇ, ਪਰਮਾਤਮਾ ਦੀ ਭਗਤੀ ਵਿੱਚ ਲੱਗੇ ਹੋਏ ਹੁੰਦੇ ਆ, ਮੈਡੀਟੇਸ਼ਨ ਕਰਦੇ ਆ, ਦੁਨੀਆਦਾਰੀ ਤੋਂ ਥੋੜ੍ਹਾ ਹਟ ਕੇ ਅਲੱਗ ਰਹਿੰਦੇ ਆ। ਉਹ ਉਹਨਾਂ ਦੀ ਜਿਹੜੀ ਦੋਸਤੀ, ਜਿਹੜੀ ਫਰੈਂਡਸ਼ਿਪ, ਜਿਹੜਾ ਉਹਨਾਂ ਦਾ ਰਿਸ਼ਤਾ ਹੁੰਦਾ ਨਾ, ਉਹ ਸਾਰੇ ਦਾ ਸਾਰਾ ਕਿਹਦੇ ਨਾਲ ਉਹਨਾਂ ਨੇ ਜੋੜ ਰੱਖਿਆ ਹੁੰਦਾ? ਪਰਮਾਤਮਾ ਨਾਲ ਜੋੜ ਰੱਖਿਆ ਹੁੰਦਾ। ਆਪਾਂ ਇਸ ਪੋਇਮ ਨੂੰ ਡਿਟੇਲ ਵਿੱਚ ਪੜ੍ਹਾਂਗੇ, ਲੇਕਿਨ ਮੈਂ ਤੁਹਾਨੂੰ ਪਹਿਲਾਂ ਇਸ ਪੋਇਮ ਦੀ ਵੋਕੈਬਲਰੀ ਕਰਵਾਉਣੀ ਆ। ਠੀਕ ਆ, ਤਾਂ ਇਸ ਪੋਇਮ ਦੀ ਵੋਕੈਬਲਰੀ ਕਰਨ ਲੱਗਿਆ ਤਾਂ ਤੁਸੀਂ ਵਰਡ ਮੀਨਿੰਗ ਮੈਂ ਹਮੇਸ਼ਾ ਹੀ ਕਹਿੰਦੀ ਆ ਕਿ ਧਿਆਨ ਨਾਲ ਸੁਣਨੇ, ਧਿਆਨ ਨਾਲ ਕਰਨੇ ਹੈ। ਵੋਕੈਬਲਰੀ ਸਟਰੋਂਗ ਹੋਊਗੀ, ਇੰਗਲਿਸ਼ ਇਟਸੈਲਫ ਸਟਰੋਂਗ ਹੋਊਗੀ ਤੁਹਾਡੀ। ਤਾਂ ਇਹਦੇ ਵਿੱਚ ਆਪਣਾ ਪਹਿਲਾ ਜਿਹੜਾ ਵਰਡ ਹੈ ਉਹ ਹੈ ਅਵੋਕ। ਅਵੇਕ, ਅਵੋਕ, ਅਵੋਕਨ ਹੁੰਦਾ ਨਾ, ਅਵੋਕ ਮਤਲਬ ਜਾਗਿਆ। ਸੈਕਿੰਡ ਫਾਰਮ ਹੈ ਇਹ ਅਵੇਕ ਦੀ, ਜਾਗਾ ਹਿੰਦੀ 'ਚ। ਡ੍ਰੀਮ, ਡ੍ਰੀਮ ਤੁਹਾਨੂੰ ਪਤਾ ਸੁਪਨਾ, ਸਪਨਾ ਹਿੰਦੀ 'ਚ ਕਹਿੰਦੇ ਹੈ। ਪੀਸ, PEACE, ਪੀਸ, ਪੀਸ ਹੁੰਦੀ ਹੈ ਸ਼ਾਂਤੀ। ਅਤੇ ਜੇ ਇਹੀ ਪੀਸ ਦੇ ਸਪੈਲਿੰਗ ਚੇਂਜ ਹੋ ਜਾਂਦੇ, PIECE ਬਣ ਜਾਂਦਾ। ਪੀਸ ਹੁੰਦਾ ਟੁਕੜਾ ਪੁੱਤ। ਤੁਸੀਂ ਧਿਆਨ ਦੇਣਾ ਸਪੈਲਿੰਗਸ ਵੱਲ। ਸੌ ਹੁੰਦਾ ਦੇਖਿਆ, ਸੌ ਸੀਨ ਹੁੰਦਾ ਨਾ। ਮੂਨ ਲਾਈਟ, ਮੂਨ ਲਾਈਟ ਮੈਨੇ ਮੂਨ ਕੀ ਹੁੰਦਾ? ਚੰਦਰਮਾ, ਅਤੇ ਲਾਈਟ ਕੀ ਹੁੰਦੀ ਹੈ? ਰੌਸ਼ਨੀ। ਇਸ ਕਰਕੇ ਮੂਨ ਲਾਈਟ ਕੀ ਬਣ ਗਈ? ਚੰਦਰਮਾ ਦੀ ਰੌਸ਼ਨੀ। ਫਿਰ ਆਪਣੇ ਕੋਲ ਆ ਗਿਆ ਵਰਡ ਬਲੂਮ। ਬਲੂਮ ਕੀ ਹੁੰਦਾ? ਖਿੜਨਾ ਪੁੱਤ, ਫੁੱਲ ਖਿੜਦੇ ਆ ਨਾ, ਬਲੂਮ, ਬਲੂਮਿੰਗ ਬਰਡਸ ਕਹਿੰਦੇ ਆ ਆਪਾਂ। ਏਂਜਲ, ਏਂਜਲ ਕੀ ਹੁੰਦਾ ਬੇਟੇ? ਫਰਿਸ਼ਤਾ। ਫਰਿਸ਼ਤਾ ਮੈਂ ਤੁਹਾਨੂੰ ਸਮਝਾਉਂਗੀ ਪੋਇਮ ਦੇ ਵਿੱਚ ਡਿਟੇਲ ਦੇ ਵਿੱਚ ਕਿ ਏਂਜਲ ਕਿਹਨੂੰ ਕਹਿੰਦੇ ਆ। ਤਾਂ ਐਕਸੀਡ, EXCEED, ਐਕਸੀਡ, ਐਕਸੀਡ ਹੁੰਦਾ ਵਧਣਾ। ਬੋਲਡ, ਬੋਲਡ ਹੁੰਦਾ ਹਿੰਮਤ ਵਾਲੇ ਬੰਦੇ ਨੂੰ ਬੋਲਡ ਕਹਿੰਦੇ ਆ, ਜਿਹੜਾ ਬੋਲਡਲੀ ਹਰ ਗੱਲ ਦਾ ਜਵਾਬ ਦੇ ਦਿੰਦਾ ਹੈ, ਜਿਹਦੇ ਅੰਦਰ ਇੰਨੀ ਪਾਰ ਹੁੰਦੀ ਹੈ ਵੀ ਉਹ ਸਹੀ ਨੂੰ ਸਹੀ ਅਤੇ ਗਲਤ ਨੂੰ ਗਲਤ ਕਹਿ ਸਕਦਾ, ਤਾਂ ਉਹ ਬੋਲਡ ਕਹਿੰਦੇ ਨੇ ਉਹਨੂੰ। ਪ੍ਰੈਜ਼ੈਂਸ, ਪ੍ਰੈਜ਼ੈਂਸ ਮੌਜੂਦਗੀ, ਵੀ ਸਾਹਮਣੇ ਕੋਈ ਹਾਜ਼ਰ ਹੈ ਤਾਂ ਉਹਨੂੰ ਆਪਾਂ ਪ੍ਰੈਜ਼ੈਂਸ ਕਹਿ ਦਿੰਦੇ ਹਾਂ, ਕਿਸੇ ਦੀ ਮੌਜੂਦਗੀ ਨੂੰ ਪ੍ਰੈਜ਼ੈਂਸ। THOU, ਦੋ ਤੁਹਾਨੂੰ ਮੈਂ ਦੱਸਿਆ ਸੀ ਨਾ ਬੇਟੇ ਪਹਿਲਾਂ ਕਿਹੜੀ ਪੋਇਮ ਦੇ ਵਿੱਚ? ਦਿਸ ਇਜ਼ ਮਾਈ ਪ੍ਰੇਅਰ ਟੂ ਦੀ ਵਾਲੀ ਪੋਇਮ ਦੇ ਵਿੱਚ ਆਇਆ ਸੀ ਨਾ, ਰਵਿੰਦਰਨਾਥ ਟੈਗੋਰ ਵਾਲੀ 'ਚ। ਤੁਸੀਂ ਨਹੀਂ ਕੀਤੀ ਤਾਂ ਕਰ ਲਿਆ ਜੀ, ਆਪਾਂ ਲਿੰਕ ਪਾਵਾਂਗੇ ਡਿਸਕ੍ਰਿਪਸ਼ਨ 'ਚ। ਦੋ ਮਤਲਬ ਤੂੰ, ਤੁਮ। ਰੇਜ਼ਡ, ਰੇਜ਼ਡ ਕੀ ਹੁੰਦਾ? ਉੱਪਰ ਚੱਕਣਾ, ਉੱਪਰ ਚੱਕਿਆ ਦਰਅਸਲ, ਉੱਪਰ ਉਠਾਇਆ। ਅਕੋਰਡ, ਅਕੋਰਡ ਮੈਨੇ ਸਹਿਮਤੀ। ਆਪਾਂ ਕਹਿੰਦੇ ਨਾ ਅਕੋਰਡਿੰਗ, ਵੀ ਮੇਰੇ ਅਕੋਰਡਿੰਗ ਕਰ ਲਾ ਇਹ ਕੰਮ, ਮੇਰੇ ਅਨੁਸਾਰ ਕਰ ਲਾ, ਭਾਵ ਸਹਿਮਤੀ ਦੇ ਨਾਲ। ਰਿਪਲਾਈਡ, ਰਿਪਲਾਈਡ ਹੁੰਦਾ ਉੱਤਰ ਦਿੱਤਾ। ਚੀਅਰਲੀ, ਚੀਅਰ ਹੁੰਦਾ ਖੁਸ਼, ਚੀਅਰਲੀ ਮੈਨੇ ਖੁਸ਼ੀ ਨਾਲ। ਫਿਰ ਆਪਣੇ ਕੋਲ ਆ ਗਿਆ ਬੇਟੇ ਵੈਨਿਸ਼ਡ। ਵੈਨਿਸ਼ਡ ਕੀ ਹੁੰਦਾ? ਅਲੋਪ ਹੋ ਜਾਣਾ। ਵੈਨਿਸ਼ ਅਲੋਪ ਹੋ ਜਾਣਾ, ਅਤੇ ਵੈਨਿਸ਼ਡ ਕੀ ਹੈ? ਅਲੋਪ ਹੋ ਗਿਆ। ਜਿਹੜੀ ਵੀ ਚੀਜ਼ ਸੈਕਿੰਡ ਫਾਰਮ 'ਚ ਹੁੰਦੀ ਹੈ ਨਾ, ਮਤਲਬ ਬੀਤੇ ਸਮੇਂ 'ਚ ਹੋ ਚੁੱਕੀ ਆ, ਪਾਸਟ ਟੈਂਸ ਵਿੱਚ ਹੁੰਦੀ ਹੈ, ਇਸ ਕਰਕੇ ਆਪਾਂ ਮੀਨਿੰਗ ਵੀ ਉਵੇਂ ਹੀ ਲਿਖਦੇ ਹਾਂ। ਇਫ ਇਟ ਇਜ਼ ਵੈਨਿਸ਼ ਮਤਲਬ ਅਲੋਪ ਹੋਣਾ, ਜੇ ਲਿਖਿਆ ਵੈਨਿਸ਼ਡ ਮਤਲਬ ਅਲੋਪ ਹੋ ਗਿਆ। ਬਲੈਸਡ, ਮੈਂ ਦੇਖੋ ਤੁਹਾਨੂੰ ਸਮਝਾਉਣ ਦੇ ਲਈ ਪੋਇਮ ਦੇ ਵਿੱਚ ਤਾਂ ਵਰਡ ਬਲੈਸਡ EST ਕਰਕੇ ਆਇਆ, ਲੇਕਿਨ ਮੈਂ ਤੁਹਾਨੂੰ ਸਮਝਾਉਣ ਵਾਸਤੇ ਨਾਲ ਬਲੈਸਡ ਲਿਖਿਆ। ਰੀਜ਼ਨ ਕਿ ਪੁਰਾਣੀ ਇੰਗਲਿਸ਼ ਦੇ ਵਿੱਚ ਬਲੈਸਡ ਨੂੰ ਬਲੈਸਡ ਦੇ ਤੌਰ 'ਤੇ ਯੂਜ਼ ਕੀਤਾ ਜਾਂਦਾ ਸੀਗਾ, ਇਸ ਕਰਕੇ। ਬਟ ਇਹਦਾ ਮਤਲਬ ਬੇਟੇ ਬਲੈਸਡ ਹੀ ਹੈ, ਆਸ਼ੀਰਵਾਦ ਦਿੱਤਾ। ਹੁਣ ਅੱਜ ਮੈਂ ਤੁਹਾਨੂੰ ਪੋਇਮ ਪਹਿਲਾਂ ਪੂਰੀ ਰਿਸਾਈਟ ਨਹੀਂ ਕਰਨੀ, ਮੈਂ ਨਾਲ ਨਾਲ ਪੋਇਮ ਰੀਡ ਕਰੂੰਗੀ, ਨਾਲ ਨਾਲ ਤੁਹਾਨੂੰ ਉਹਦੀ ਐਕਸਪਲੇਨੇਸ਼ਨ ਕਰੂੰਗੀ। ਲੰਬੀ ਪੋਇਮ ਹੈ, ਇਸ ਕਰਕੇ ਮੈਂ ਨਹੀਂ ਚਾਹੁੰਦੀ ਕਿ ਬਹੁਤ ਲੰਬੀ ਵੀਡੀਓ ਬਣੇ ਅਤੇ ਤੁਸੀਂ ਫਿਰ ਅੱਕ ਜਾਓ, ਇਹ ਜਾਂ ਥੱਕ ਜਾਓ, ਜਾਂ ਕਹੋਗੇ ਬਹੁਤ ਲੰਬੀ ਪੋਇਮ ਹੈ ਇਹ ਵਾਲੀ। ਤਾਂ ਮੈਂ ਨਾਲ ਨਾਲ ਹੀ ਪੋਇਮ ਦੀ ਤੁਹਾਨੂੰ ਐਕਸਪਲੇਨੇਸ਼ਨ ਕਰਾਉਣੀ ਆ, ਨਾਲ ਨਾਲ ਆਪਾਂ ਰੀਡ ਕਰਦੇ ਹਾਂ।
ओके बच्चों, तो चलो हुण आपां पोएम पढ़ीए फिर। ਤਾਂ ਐਬੂ ਬਿਨ ਐਧਮ, ਹੁਣ ਬ੍ਰੈਕਟ 'ਚ ਨਾ ਇਹਦੇ ਵਿੱਚ ਨਾਲ ਲਿਖਿਆ ਮੇ ਹਿਜ਼ ਟਰਾਈਬ ਇਨਕਰੀਜ਼, ਇਹਦੇ ਪਿੱਛੇ ਸਾਈਨ ਆਫ ਐਕਸਕਲੇਮੇਸ਼ਨ ਪਾਇਆ ਹੋਇਆ। ਮੇ ਹੁੰਦਾ ਇੱਛਾ ਕਰਨਾ, ਕੋਈ ਵਿਸ਼ ਕਰਦੇ ਆ ਨਾ, ਜਿਵੇਂ ਆਪਾਂ ਵੀ ਮਾਈ ਫਰੈਂਡ ਦਾ ਐਸੇ ਲਿਖਦੇ ਹਾਂ ਅਤੇ ਐਂਡ 'ਤੇ ਲਿਖਦੇ ਹਾਂ ਮੇ ਹੀ ਲਿਵ ਲੌਂਗ ਜਾਂ ਮੇ ਸ਼ੀ ਲਿਵ ਲੌਂਗ, ਕਿ ਰੱਬ ਕਰੇ ਉਹਦੀ ਉਮਰ ਲੰਬੀ ਹੋਵੇ। ਤਾਂ ਮੇ ਮਤਲਬ ਇੱਛਾ ਕੀਤੀ ਗਈ ਹੈ ਇੱਥੇ। ਹੁਣ ਨਾਮ ਲਿਖਿਆ ਐਬੂ ਬਿਨ ਐਧਮ ਦਾ ਪੋਇਟ ਨੇ, ਅਤੇ ਨਾਲ ਬ੍ਰੈਕਟ ਦੇ ਵਿੱਚ ਮੇ ਹਿਜ਼ ਟਰਾਈਬ ਇਨਕਰੀਜ਼। ਇਹ ਕਿਉਂ ਲਿਖਿਆ? ਇਹ ਨਾ ਬਹੁਤ ਡੀਪ ਮੀਨਿੰਗ ਵਾਲੀ ਪੋਇਮ ਹੈ ਬੇਟੇ। ਤੁਸੀਂ ਬੜੇ ਛੋਟੇ ਹੋ ਲੇਕਿਨ ਮੈਂ ਹੈਰਾਨ ਆ ਕਿੰਨੀ ਸੋਹਣੀ ਪੋਇਮ ਤੁਹਾਨੂੰ ਇਸ ਕਲਾਸ ਸਿਲੇਬਸ ਦਿੱਤੀ ਹੋਈ ਹੈ 6th 7th 8th ਦੇ ਸਿਲੇਬਸ ਦੇ ਵਿੱਚ। ਇਟਸ ਅ ਵੈਰੀ ਨਾਈਸ ਪੋਇਮ। ਤਾਂ ਐਬੂ ਬਿਨ ਐਧਮ ਲਿਖ ਕੇ ਮੇ ਹਿਜ਼ ਟਰਾਈਬ ਇਨਕਰੀਜ਼, ਟਰਾਈਬ ਹੁੰਦਾ ਕਬੀਲਾ, ਇਨਕਰੀਜ਼ ਮੈਨੇ ਵਧੇ, ਕਿ ਪਰਮਾਤਮਾ ਅੱਗੇ ਪ੍ਰਾਰਥਨਾ ਕਰਦਾ ਪਿਆ ਹੈ ਪੋਇਟ ਕਿ ਜਿਹੜਾ ਐਬੂ ਬਿਨ ਐਧਮ ਵਰਗੇ ਬੰਦੇ ਹੈ ਨਾ, ਉਹਨਾਂ ਦੇ ਜਿਹੜਾ ਕਬੀਲਾ ਵਧੇ, ਮਤਲਬ ਦੇਅਰ ਸ਼ੁੱਡ ਬੀ ਮੋਰ ਪੀਪਲ ਲਾਈਕ ਹਿਮ, ਤਾਂ ਕਿ ਉਹਦੇ ਵਰਗੇ ਬੰਦੇ ਦੁਨੀਆ 'ਚ ਹੋਰ ਹੋਣੇ ਚਾਹੀਦੇ ਆ। ਹੁਣ ਤੁਸੀਂ ਸੋਚੋਗੇ ਵੀ ਕਿਉਂ ਹੋਣੇ ਚਾਹੀਦੇ ਆ? ਇਹਦੇ ਵਾਸਤੇ ਤੁਹਾਨੂੰ ਸਾਰੀ ਪੋਇਮ ਮੇਰੀ ਸੁਣਨੀ ਪੈਣੀ ਆ, ਅਤੇ ਤੁਸੀਂ ਐਂਡ 'ਤੇ ਜਾ ਕੇ ਇਹ ਸਮਝ ਜਾਓਗੇ ਕਿ ਕਵੀ ਕਿਉਂ ਕਹਿੰਦਾ ਪਿਆ ਕਿ ਐਬੂ ਬਿਨ ਐਧਮ ਵਰਗੇ ਜਿਹੜੇ ਬੰਦੇ ਆ ਦੁਨੀਆ 'ਚ ਹੋਰ ਜ਼ਿਆਦਾ ਹੋਣੇ ਚਾਹੀਦੇ ਆ। ਚਲੋ ਬਹੁਤ ਸੋਹਣੀ ਪੋਇਮ ਹੈ, ਇੱਕ ਤਰ੍ਹਾਂ ਦੀ ਇੱਕ ਸਟੋਰੀ ਵਾਂਗੂ ਸੁਣਾਈ ਹੈ ਪੋਇਟ ਨੇ, ਤਾਂ ਤੁਹਾਨੂੰ ਵੀ ਚੰਗਾ ਲੱਗੂਗਾ ਸੁਣਨਾ। ਅਤੇ ਮੈਂ ਤੁਹਾਨੂੰ ਸੁਣਾਉਂਦੀ ਹਾਂ ਜਿਵੇਂ ਤੁਸੀਂ ਆਪਣੇ ਮੰਮੀ ਪਾਪਾ ਜਾਂ ਦਾਦਾ ਦਾਦੀ ਤੋਂ ਕਹਾਣੀ ਸੁਣਦੇ ਹੋ ਨਾ, ਸਮਝ ਲਓ ਉਸ ਤਰ੍ਹਾਂ ਦੀ ਹੋਈ ਆ। ਐਬੂ ਬਿਨ ਐਧਮ ਅਵੋਕ ਵਨ ਨਾਈਟ ਫਰੋਮ ਅ ਡੀਪ ਡਰੀਮ ਆਫ ਪੀਸ। ਕਹਿੰਦਾ ਇੱਕ ਰਾਤ ਡੀਪ ਡਰੀਮ ਆਫ ਪੀਸ, ਕਿ ਇੱਕ ਮਤਲਬ ਜਿਹੜਾ ਐਬੂ ਬਿਨ ਐਧਮ ਸੀ ਨਾ, ਉਹ ਸੁੱਤਾ ਪਿਆ ਸੀ ਆਪਦੀ ਸ਼ਾਂਤੀ ਦੇ ਨਾਲ ਸੁਪਨਿਆਂ ਦੇ ਵਿੱਚ। ਲੇਕਿਨ ਇੱਕ ਰਾਤ ਕੀ ਹੋਇਆ ਕਿ ਉਹ ਆਪਦੇ ਸ਼ਾਂਤੀ ਨਾਲ ਸੁਪਨੇ ਲੈ ਰਿਹਾ ਸੀ, ਤਾਂ ਉਹ ਇੱਕਦਮ ਆਪਣੀ ਡੀਪ ਡਰੀਮ ਤੋਂ ਜਾਗਿਆ। ਅਵੋਕ ਮੈਨੇ ਜਾਗਿਆ, ਅਤੇ ਜਦੋਂ ਜਾਗਿਆ ਤਾਂ ਉਹਨੇ ਕੀ ਦੇਖਿਆ? ਐਂਡ ਸੌ, ਅਤੇ ਉਹਨੇ ਦੇਖਿਆ ਵਿਦਿਨ ਦਾ ਮੂਨ ਲਾਈਟ ਇਨ ਹਿਜ਼ ਰੂਮ। ਮੂਨ ਲਾਈਟ ਮੈਨੇ ਚੰਦਰਮਾ ਦੀ ਰੋਸ਼ਨੀ, ਕਿ ਉਹਦੇ ਕਮਰੇ ਵਿੱਚ ਤਾਂ ਹਰ ਪਾਸੇ ਚੰਦਰਮਾ ਦੀ ਰੋਸ਼ਨੀ ਫੈਲੀ ਹੋਈ ਆ। ਚੰਦਰਮਾ ਦੀ ਰੋਸ਼ਨੀ ਮਤਲਬ ਵਾਈਟ, ਚਿੱਟੀ ਰੋਸ਼ਨੀ, ਦੁਧੀਆ ਰੋਸ਼ਨੀ, ਕਿ ਉਹਦਾ ਕਮਰਾ ਜਿਹੜਾ ਨਾ ਉਹ ਚਿੱਟੀ ਰੋਸ਼ਨੀ ਨਾਲ ਭਰਿਆ ਪਿਆ, ਮੇਕਿੰਗ ਇਟ ਰਿਚ ਐਂਡ ਲਾਈਕ ਅ ਲਿਲੀ ਇਨ ਬਲੂਮ। ਮੇਕਿੰਗ ਇਟ ਰਿਚ, ਹੁਣ ਤੁਸੀਂ ਕਹੋਗੇ ਮੇਕਿੰਗ ਮੈਨੇ ਬਣਾਉਣਾ, ਇਟ ਮੈਨੇ ਇਹਨੂੰ, ਰਿਚ ਮੈਨੇ ਅਮੀਰ, ਇਹਨੂੰ ਅਮੀਰ ਬਣਾਤਾ। ਨਹੀਂ, ਤੁਸੀਂ ਇੱਥੇ ਐਡਜੈਕਟਿਵ ਦੀ ਗੱਲ ਸਮਝਣੀ ਹੈ। ਰਿਚ ਕੀ ਹੁੰਦਾ? ਵੈਸੇ ਅਮੀਰ ਹੁੰਦਾ, ਠੀਕ ਆ, ਜਿਹਦੇ ਕੋਲ ਪੈਸਾ ਜ਼ਿਆਦਾ ਉਹ ਆਪਾਂ ਕਹਿ ਦਿੰਦੇ ਹਾਂ ਕਿ ਰਿਚ ਆ, ਅਮੀਰ ਆ। ਲੇਕਿਨ ਇੱਥੇ ਤਾਂ ਪੈਸੇ ਦੀ ਗੱਲ ਨਹੀਂ ਆਈ, ਤਾਂ ਰਿਚ ਦਾ ਆਪਾਂ ਇੱਥੇ ਵਰਡ ਨੂੰ ਕਿਵੇਂ ਯੂਜ਼ ਕਰਨਾ? ਜਿਵੇਂ ਕਈ ਵਾਰੀ ਆਪਾਂ ਖਾਣਾ ਖਾਂਦੇ ਹਾਂ ਤਾਂ ਆਪਾਂ ਕਹਿ ਦਿੰਦੇ ਹਾਂ ਕਿ ਇਹ ਵਾਲਾ ਜਿਹੜਾ ਫੂਡ ਹੈ ਨਾ ਵੀ ਪਰਟੀਕੂਲਰ ਇਹ ਪ੍ਰੋਟੀਨ ਰਿਚ ਹੈ, ਯਾਨੀ ਇਹ 'ਚ ਪ੍ਰੋਟੀਨ ਜ਼ਿਆਦਾ ਮਾਤਰਾ 'ਚ ਹੈ, ਯਾਨੀ ਕਿ ਜ਼ਿਆਦਾ ਮਾਤਰਾ 'ਚ ਹੋਣਾ, ਤਾਂ ਆਪਾਂ ਉਹਨੂੰ ਰਿਚ ਕਹਿ ਦਿੰਦੇ ਹਾਂ। ਮੇਕਿੰਗ ਇਟ ਰਿਚ, ਵੀ ਉਹਦੀ ਮੂਨ ਲਾਈਟ ਆਈ ਨਾ ਰੂਮ ਦੇ ਵਿੱਚ, ਜਿਹੜੀ ਚੰਦਰਮਾ ਦੀ ਰੋਸ਼ਨੀ ਸੀਗੀ, ਮੇਕਿੰਗ ਇਟ ਰਿਚ ਮੈਨੇ ਬਹੁਤ ਜ਼ਿਆਦਾ ਉਹਨੇ ਜਿਹੜਾ ਸੀ ਨਾ ਉਹਨੂੰ ਰੂਮ ਨੂੰ ਦੁਧੀਆ ਰੋਸ਼ਨੀ 'ਚ ਰੰਗਤਾ, ਬਹੁਤ ਹੀ ਜ਼ਿਆਦਾ ਰੋਸ਼ਨੀ ਕਰ ਦਿੱਤੀ। ਐਂਡ ਲਾਈਕ ਅ ਲਿਲੀ ਇਨ ਬਲੂਮ, ਲਿਲੀ ਵਰਡ ਜਿਹੜਾ ਹੈ ਮੈਂ ਤੁਹਾਨੂੰ ਡਿਟੇਲ ਸਮਝਾਇਆ ਸੀ ਟਰੂ ਗਰੋਥ ਪੋਇਮ ਦੇ ਵਿੱਚ, ਲਿੰਕ ਆਪਾਂ ਉਹਦਾ ਵੀ ਪਾਵਾਂਗੇ ਡਿਸਕ੍ਰਿਪਸ਼ਨ 'ਚ। ਤਾਂ ਐਂਡ ਲਾਈਕ ਅ ਲਿਲੀ ਇਨ ਬਲੂਮ, ਬਲੂਮ ਮੈਨੇ ਖਿੜਨਾ, ਕਹਿੰਦਾ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਹਜ਼ਾਰਾਂ ਲਿਲੀਜ਼ ਜਿਹੜੀਆਂ ਨੇ ਨਾ ਉਹ ਖਿੜ ਗਏ ਹੋਣ, ਫੁੱਲ ਖਿੜ ਗਏ ਹੋਣ। ਤੁਸੀਂ ਵੀ ਦੇਖਿਆ ਵਾ ਜੇ ਇੱਕ ਦਾ ਫੁੱਲ ਗਮਲੇ ਵਿੱਚ ਹੋਵੇ ਉਹ ਆਪਾਂ ਨੂੰ ਸ਼ਾਇਦ ਇੰਨਾ ਸੋਹਣਾ ਨਹੀਂ ਲੱਗਦਾ, ਲੇਕਿਨ ਆਪਾਂ ਕਿਸੇ ਖੇਤ 'ਚ ਖੜੇ ਹੋਈਏ, ਕਿਸੇ ਫਾਰਮ 'ਚ ਖੜੇ ਹੋਈਏ, ਉੱਥੇ ਹਜ਼ਾਰਾਂ ਇੱਕੋ ਜਿਹੇ ਵਾਈਟ ਕਲਰ ਦੇ ਫੁੱਲ ਹੋਣ ਤਾਂ ਦੱਸੋ ਕਿੰਨਾ ਸੋਹਣਾ ਲੱਗਦਾ ਹੈ ਨਾ। ਤਾਂ ਮੇਕਿੰਗ ਇਟ ਰਿਚ ਮਤਲਬ ਉਹ ਆਪਾਂ ਨੂੰ ਅਲੱਗ ਹੀ ਆਪਣੀਆਂ ਅੱਖਾਂ ਨੂੰ ਇੱਕ ਸਕੂਨ ਦਿੰਦੇ ਨੇ। ਤਾਂ ਬਿਲਕੁਲ ਇਸ ਤਰ੍ਹਾਂ ਹੀ ਹੋਇਆ ਕਿ ਜਿਵੇਂ ਹੀ ਐਬੂ ਬਿਨ ਐਧਮ ਜਿਹੜੇ ਸੀ ਨਾ ਉਹ ਆਪਣੀ ਡੀਪ ਡਰੀਮ ਜਿਹੜੇ ਪੀਸਫੁਲ ਸੀਗੇ ਉਹਦੇ ਤੋਂ ਉੱਠੇ, ਤਾਂ ਉਹਨਾਂ ਨੇ ਕੀ ਦੇਖਿਆ ਕਿ ਉਹਨਾਂ ਦਾ ਜਿਹੜਾ ਕਮਰਾ ਨਾ ਉਹ ਵਾਈਟ, ਸਫੇਦ, ਚਿੱਟੀ ਰੋਸ਼ਨੀ ਦੇ ਨਾਲ ਭਰਿਆ ਪਿਆ, ਚੰਦਰਮਾ ਦੀ ਰੋਸ਼ਨੀ ਵਾਂਗੂ ਬੜਾ ਖਾਸ ਕਮਰਾ ਲੱਗ ਰਿਹਾ। ਇੰਝ ਲੱਗ ਰਿਹਾ ਜਿਵੇਂ ਹਜ਼ਾਰਾਂ ਜਿਹੜੇ ਲਿਲੀ ਦੇ ਫੁੱਲ ਨੇ ਉਹ ਉੱਥੇ ਖਿੜੇ ਪਏ ਹੋਣ। ਐਨ ਏਂਜਲ ਰਾਈਟਿੰਗ ਇਨ ਅ ਬੁੱਕ ਆਫ ਗੋਲਡ। ਏਂਜਲ, ਹੁਣ ਮੈਂ ਤੁਹਾਨੂੰ ਕਿਹਾ ਸੀ ਨਾ ਵਕੈਬ ਦੱਸਦੇ ਦੱਸਦੇ ਕਿ ਤੁਹਾਨੂੰ ਏਂਜਲ ਦੱਸੂਗੀ। ਏਂਜਲ ਆਪਾਂ ਫਰਿਸ਼ਤੇ ਨੂੰ ਕਹਿੰਦੇ ਹਾਂ। ਹੁਣ ਫਰਿਸ਼ਤਾ ਕੀ ਹੁੰਦਾ? ਆਪਾਂ ਜਦੋਂ ਆਪਣੇ ਦਾਦਾ ਦਾਦੀ ਤੋਂ, ਮੰਮੀ ਪਾਪਾ ਤੋਂ ਸਟੋਰੀ ਸੁਣਦੇ ਰਹੇ ਹਾਂ ਤਾਂ ਇੱਕ ਮਾਈਥੋਲੋਜੀ ਹੈ। ਮਾਈਥੋਲੋਜੀ ਮਤਲਬ ਜੋ ਸੁਣੀਆਂ ਸੁਣਾਈਆਂ ਗੱਲਾਂ ਚੱਲਦੀਆਂ ਆ ਰਹੀਆਂ ਨੇ, ਤਾਂ ਉਹਦੇ ਵਿੱਚ ਆਪਾਂ ਨੂੰ ਪਰੀਆਂ ਦਾ ਦੇਸ਼, ਆਪਾਂ ਨੂੰ ਪਰੀਆਂ ਦੀਆਂ ਸਟੋਰੀ ਸੁਣਾਉਂਦੇ ਸੀਗੇ ਦਾਦਾ ਦਾਦੀ, ਹੈ ਨਾ। ਤਾਂ ਫਰਿਸ਼ਤਾ ਜਾਂ ਪਰੀ ਆਪਾਂ ਕੀ ਸੋਚਦੇ ਹਾਂ ਕਿ ਅਸਮਾਨ ਤੋਂ ਆਉਂਦੇ ਨੇ, ਹੈ ਨਾ।
ਤੁਸੀਂ ਵੀ ਜਾਂ ਮੈਂ ਵੀ ਆਪਾਂ ਜਦੋਂ ਤੁਸੀਂ ਤਾਂ ਹੁਣ ਵੀ ਛੋਟੇ ਹੋ, ਤਾਂ ਜਦੋਂ ਮੈਂ ਵੀ ਛੋਟੀ ਹੁੰਦੀ ਹੋਊਂਗੀ ਆਪਾਂ ਫੈਂਸੀ ਡਰੈਸ 'ਚ ਪਾਰਟੀਸਪੇਟ ਕਰਦੇ ਆ ਨਾ, ਸਾਰੇ ਜਣੇ ਪਰੀ ਬਣਦੇ ਆ ਹੈ ਨਾ, ਕੁੜੀਆਂ ਖਾਸ ਕਰਕੇ, ਮੁੰਡੇ ਨਹੀਂ ਬਣਦੇ, ਤਾਂ ਪਰੀ ਬਣਦੇ ਆ। ਜਦੋਂ ਪਰੀ ਬਣਦੇ ਆ ਤਾਂ ਉਹ ਬੜੀ ਸੋਹਣੀ ਬਿਊਟੀਫੁਲ ਜੀ ਡਰੈਸ ਪਾਉਂਦੇ ਨੇ, ਅਤੇ ਉਹਦੇ ਪਿੱਛੇ ਵਿੰਗਸ ਲੱਗੇ ਹੋਏ ਹੁੰਦੇ ਨੇ, ਯਾਨੀ ਪੰਖ ਲੱਗੇ ਹੋਏ ਹੁੰਦੇ ਨੇ। ਤਾਂ ਅਸੀਂ ਇੱਕ ਇਸ ਤਰ੍ਹਾਂ ਦਾ ਜਿਹੜਾ ਇੱਕ ਸਿੰਬੋਲਿਕ ਬਣਾ ਰੱਖਿਆ ਐਂਜਲ ਨੂੰ, ਕਿ ਐਂਜਲ ਆਸਮਾਨ ਤੋਂ ਆਉਂਦਾ, ਫਰਿਸ਼ਤਾ ਆਸਮਾਨ ਤੋਂ ਆਉਂਦਾ, ਉਹਦੇ ਜਿਹੜੇ ਆ ਪੰਖ ਲੱਗੇ ਹੋਏ ਹੁੰਦੇ ਆ। ਮੈਂ ਤੁਹਾਨੂੰ ਆ ਜਿਹੜਾ ਤੁਸੀਂ ਹੁਣ ਪਿਕਚਰਸ 'ਚ ਦੇਖ ਰਹੇ ਹੋ ਨਾ, ਆ ਪਿਕਚਰ ਦਿਖਾ ਰਹੀ ਹਾਂ, ਦੇਖੋ ਇਹ ਐਂਜਲ ਦੀ ਆ, ਠੀਕ ਹੈ। ਤਾਂ ਐਨ ਐਂਜਲ ਰਾਈਟਿੰਗ ਇਨ ਅ ਬੁੱਕ ਆਫ ਗੋਲਡ, ਤਾਂ ਉਹਨੇ ਕੀ ਦੇਖਿਆ ਕਿ ਇੱਕ ਐਂਜਲ, ਇੱਕ ਫਰਿਸ਼ਤਾ ਬੁੱਕ ਆਫ ਗੋਲਡ, ਗੋਲਡ ਵੈਸੇ ਸੋਨੇ ਨੂੰ ਕਹਿੰਦੇ ਨੇ, ਪਰ ਇੱਥੇ ਆਪਾਂ ਸੋਨੇ ਦੀ ਬੁੱਕ ਨਹੀਂ ਕਵਾਂਗੇ। ਜਿਹੜਾ ਫਰਿਸ਼ਤਾ ਸੀ ਉਹ ਇੱਕ ਕਿਤਾਬ 'ਚ ਲਿਖ ਰਿਹਾ ਸੀ, ਸੁਨਹਿਰੀ ਕਿਤਾਬ ਦੇ ਵਿੱਚ ਲਿਖ ਰਿਹਾ ਸੀ। ਕੀ ਲਿਖ ਰਿਹਾ ਸੀ ਉਹ? ਬੁੱਕ ਆਫ ਗੋਲਡ, ਉਹ ਵਾਲੀ ਕਿਤਾਬ ਜਿਹਦੇ ਵਿੱਚ ਉਹ ਲੋਕਾਂ ਬਾਰੇ ਲਿਖਦਾ, ਬੰਦਿਆਂ ਬਾਰੇ ਲਿਖਦਾ ਜਿਹੜੇ ਰੱਬ ਨੂੰ ਪਿਆਰ ਕਰਦੇ ਨੇ। ਐਕਸੀਡਿੰਗ ਪੀਸ ਹੈਡ ਮੇਡ ਬੈਨ ਐਦਮ ਬੋਲਡ, ਐਕਸੀਡਿੰਗ ਪੀਸ ਹੈਡ ਮੇਡ ਬੈਨ ਐਦਮ ਬੋਲਡ। ਐਕਸੀਡਿੰਗ ਮੈਨੇ ਵੱਧਦੀ ਹੋਈ, ਪੀਸ ਮੈਨੇ ਸ਼ਾਂਤੀ। ਹੁਣ ਇੱਥੇ ਐਕਸੀਡਿੰਗ ਪੀਸ ਦਾ ਕੀ ਮਤਲਬ ਆ? ਦੇਖੋ, ਜਦੋਂ ਆਪਾਂ ਇੱਕਦਮ ਸਪੋਜ਼ ਤੁਸੀਂ ਵੀ ਸੁਪਨੇ ਤੋਂ ਅਚਾਨਕ ਉੱਠੋ, ਸੁਪਨੇ ਤੋਂ ਅਚਾਨਕ ਉੱਠੋ ਅਤੇ ਤੁਹਾਨੂੰ ਕੋਈ ਨਜ਼ਰ ਆਵੇ ਫਰਿਸ਼ਤਾ ਰੂਮ ਦੇ ਵਿੱਚ, ਲੇਕਿਨ ਉਹ ਬੋਲੇ ਕੁਛ ਨਾ, ਲੇਕਿਨ ਉਹ ਆਪਦੀ ਬੁੱਕ 'ਤੇ ਲਿਖਦਾ ਜਾ ਰਿਹਾ, ਲਿਖਦਾ ਜਾ ਰਿਹਾ, ਲਿਖਦਾ ਜਾ ਰਿਹਾ। ਤਾਂ ਆਪਾਂ ਵੀ ਤਾਂ ਕਿਊਰੀਅਸ ਹੋ ਜਾਂਦੇ ਆ ਨਾ, ਆਪਣੀ ਕਿਉਰਿਓਸਿਟੀ ਵੱਧ ਜਾਂਦੀ ਆ, ਆਪਾਂ ਜਾਣਨਾ ਚਾਹੁੰਦੇ ਆ ਕਿ ਕੌਣ ਆ ਅਤੇ ਉਹ ਕੀ ਲਿਖ ਰਿਹਾ। ਤਾਂ ਸਿਮੀਲਰਲੀ ਜਿਹੜੇ ਬੈਨ ਐਦਮ ਸੀ, ਉਹਨਾਂ ਦੀ ਵੀ ਕਿਉਰਿਓਸਿਟੀ ਵੱਧ ਗਈ, ਅਤੇ ਉਹ ਸ਼ਾਂਤੀ, ਐਕਸੀਡਿੰਗ ਪੀਸ ਮਤਲਬ ਉਹ ਜਿਹੜੀ ਕਮਰੇ ਦੇ ਅੰਦਰ ਇੱਕ ਸ਼ਾਂਤੀ ਸੀ ਨਾ, ਉਹ ਵੱਧਦੀ ਜਾ ਰਹੀ ਸੀ, ਵੱਧਦੀ ਜਾ ਰਹੀ ਸੀ। ਹੈਡ ਮੇਡ ਬੈਨ ਐਦਮ ਬੋਲਡ, ਤਾਂ ਜਿਹੜਾ ਬੈਨ ਐਦਮ ਸੀ ਨਾ, ਉਹਨਾਂ ਨੇ ਫਿਰ ਬੋਲਡਲੀ ਇੱਕਦਮ ਹਿੰਮਤ ਕੀਤੀ। ਕਾਹਦੀ ਹਿੰਮਤ? ਉਹਨਾਂ ਨੇ ਪੁੱਛਣ ਦੀ। ਐਂਡ ਟੂ ਦਾ ਪ੍ਰੈਜ਼ੈਂਸ ਇਨ ਦਾ ਰੂਮ ਹੀ ਸੈਟ, ਐਂਡ ਟੂ ਦਾ ਪ੍ਰੈਜ਼ੈਂਸ, ਇੱਥੇ ਦੇਖੋ ਪੀ ਕੈਪੀਟਲ ਪਾਈ ਹੋਈ ਆ, ਪੂਰੀ ਸਾਰਾ ਸੈਂਟੈਂਸ ਚੱਲ ਰਿਹਾ, ਲੇਕਿਨ ਸੈਂਟੈਂਸ ਵਿੱਚ ਪ੍ਰੈਜ਼ੈਂਸ ਦੀ ਪੀ ਕੈਪੀਟਲ ਆ, ਕਿਉਂਕਿ ਇਹ ਪ੍ਰੈਜ਼ੈਂਸ ਕਿਹਦੇ ਲਈ ਯੂਜ਼ ਕੀਤਾ ਗਿਆ? ਇਹ ਪ੍ਰੈਜ਼ੈਂਸ ਬੇਟੇ ਯੂਜ਼ ਕੀਤਾ ਗਿਆ ਐਂਜਲ ਦੇ ਲਈ, ਫਰਿਸ਼ਤੇ ਦੇ ਲਈ, ਤਾਂ ਕਰਕੇ। ਐਂਡ ਟੂ ਦਾ ਪ੍ਰੈਜ਼ੈਂਸ ਇਨ ਦਾ ਰੂਮ ਹੀ ਸੈਡ, ਅਤੇ ਉਹਨਾਂ ਨੇ ਉਸ ਫਰਿਸ਼ਤੇ ਨੂੰ ਕਮਰੇ ਦੇ ਵਿੱਚ ਕਿਹਾ, ਪੁੱਛਿਆ ਕਿ ਵਟ ਰਾਈਟੈਸਟ ਦੋ, ਦੇਖੋ ਦੋ ਮਤਲਬ ਤੂੰ, ਰਾਈਟੈਸਟ ਇੱਥੇ ਰਾਈਟ ਮਤਲਬ ਜਿਹੜਾ ਲਿਖਦਾ ਪਿਆ, ਰਾਈਟ WRIT ਰਾਈਟ ਹੁੰਦਾ ਨਾ, ਇਹ ਪੁਰਾਣੀ ਜਿਹੜੀ ਇੰਗਲਿਸ਼ ਆ, ਤਾਂ ਇਸ ਕਰਕੇ ਇਹਦੇ ਵਿੱਚ ਇਵੇਂ ਲਿਖਿਆ ਗਿਆ, ਵਟ ਰਾਈਟੈਸਟ ਦੋ, ਤੂੰ ਕੀ ਲਿਖਦਾ ਪਿਆ? ਦ ਵਿਜ਼ਨ ਰੇਜ਼ਡ ਇਟਸ ਹੈਡ, ਵਿਜ਼ਨ, ਵਿਜ਼ਨ ਵੈਸੇ ਆਪਾਂ ਨਜ਼ਰ ਨੂੰ ਕਹਿੰਦੇ ਆ, ਲੇਕਿਨ ਇੱਥੇ ਵਿਜ਼ਨ ਵੀ ਕਿਹਦੇ ਲਈ ਯੂਜ਼ ਹੋਇਆ ਬੇਟੇ? ਐਂਜਲ ਦੇ ਵਾਸਤੇ ਹੀ ਯੂਜ਼ ਹੋਇਆ। ਦ ਵਿਜ਼ਨ ਰੇਜ਼ਡ, ਤੁਸੀਂ ਦੇਖੋ ਇੱਥੇ ਈ ਨਹੀਂ ਪਾਈ ਹੋਈ, ਕੌਮਾ ਪਾਇਆ ਹੋਇਆ ਨਾ, ਤਾਂ ਇਹਦਾ ਮਤਲਬ ਵੀ ਰੇਜ਼ਡ ਹੀ ਹੈ। ਦ ਵਿਜ਼ਨ ਰੇਜ਼ਡ ਇਟਸ ਹੈਡ, ਅੱਜ ਦੀ ਜਿਹੜੀ ਇੰਗਲਿਸ਼ ਤੁਸੀਂ ਲਿਖਦੇ ਹੋ, ਤੁਸੀਂ ਲਿਖਦੇ ਹੋ RAISED, ਠੀਕ ਹੈ ਨਾ, ਬਟ ਇਹ ਵੀ ਉਹੀ ਆ, ਰੇਜ਼ਡ। ਦ ਵਿਜ਼ਨ ਰੇਜ਼ਡ ਇਟਸ ਹੈਡ, ਜਿਹੜਾ ਵਿਜ਼ਨ ਮਤਲਬ ਫਰਿਸ਼ਤਾ ਸੀ, ਉਹਨੇ ਸਿਰ ਉੱਪਰ ਚੁੱਕਿਆ। ਐਂਡ ਵਿਦ ਅ ਲੁੱਕ ਮੇਡ ਆਫ ਆਲ ਸਵੀਟ ਅਕੋਰਡ, ਐਂਡ ਵਿਦ ਅ ਲੁੱਕ ਮਤਲਬ ਨਜ਼ਰ, ਲੁੱਕ ਨਜ਼ਰ, ਮੇਡ ਆਫ ਆਲ ਸਵੀਟ ਅਕੋਰਡ, ਸਵੀਟ ਮਤਲਬ ਸੋਹਣੇ ਜਿਹੇ ਤਰੀਕੇ ਨਾਲ, ਮਿੱਠੇ ਤਰੀਕੇ ਨਾਲ, ਅਕੋਰਡ ਮਤਲਬ ਉਹਦੇ ਵੱਲ ਦੇਖ ਕੇ, ਉਸੇ ਸਹਿਮਤੀ ਦੇ ਨਾਲ। ਐਂਡ ਵਿਦ ਅ ਲੁੱਕ ਮੇਡ ਆਫ ਆਲ ਸਵੀਟ ਅਕੋਰਡ, ਉਹਦੇ ਵੱਲ ਦੇਖ ਕੇ ਬੜੀ ਸੋਹਣੇ ਤਰੀਕੇ ਦੇ ਨਾਲ ਉਹਨੂੰ ਕੀ ਜਵਾਬ ਦਿੱਤਾ? ਉਹਨੂੰ ਪੁੱਛਿਆ ਨਾ, ਮਤਲਬ ਐਂਜਲ ਨੂੰ, ਐਬੂ ਬਿਨ ਐਦਮ ਨੇ, ਕਿ ਤੂੰ ਕੀ ਲਿਖਦਾ ਪਿਆ ਇਸ ਕਿਤਾਬ ਦੇ ਵਿੱਚ? ਤਾਂ ਉਹਨੇ ਆਨਸਰ ਦਿੱਤਾ, ਦ ਨੇਮਸ ਆਫ ਦੋਜ਼ ਹੂ ਲਵ ਦ ਲਾਰਡ, ਵੀ ਮੈਂ ਉਹਨਾਂ ਦੇ ਨਾਮ ਲਿਖਦਾ ਪਿਆ ਜਿਹੜੇ ਰੱਬ ਨੂੰ ਪਿਆਰ ਕਰਦੇ ਨੇ। ਦ ਨੇਮਸ ਆਫ ਦੋਜ਼ ਹੂ ਲਵ ਦ ਲਾਰਡ, ਮੈਂ ਉਹਨਾਂ ਦੇ ਨਾਮ ਲਿਖਦਾ ਪਿਆ ਜਿਹੜੇ ਰੱਬ ਨੂੰ ਪਿਆਰ ਕਰਦੇ ਨੇ। ਅਤੇ ਫਿਰ ਐਬੂ ਬਿਨ ਆਦਮ ਨੇ ਕੀ ਕਿਹਾ? ਐਂਡ ਇਜ਼ ਮਾਈਨ ਵਨ, ਦੇਖੋ ਕੁਐਸਚਨ ਮਾਰਕ ਹੈ ਨਾ ਇੱਥੇ, ਐਂਡ ਇਜ਼ ਮਾਈਨ ਵਨ ਸੈਡ ਐਬੂ, ਤਾਂ ਐਬੂ ਨੇ ਕਿਹਾ, ਐਬੂ ਨੇ ਉਹਨੂੰ ਪੁੱਛਿਆ, ਐਂਡ ਇਜ਼ ਮਾਈਨ ਵਨ, ਕਿ ਮੇਰਾ ਵੀ ਹੈਗਾ, ਵੀ ਮੇਰਾ ਨਾਮ ਵੀ ਹੈਗਾ ਉਹਨਾਂ ਦੇ ਵਿੱਚ ਜਿਹੜੇ ਰੱਬ ਨੂੰ ਪਿਆਰ ਕਰਦੇ ਨੇ? ਨੇ, ਨੋਟ ਸੋ, ਨਹੀਂ, ਕਹਿੰਦਾ ਬਿਲਕੁਲ ਨਹੀਂ ਹੈਗਾ ਤੇਰਾ ਨਾਮ ਤਾਂ। ਰਿਪਲਾਈਡ ਦਾ ਐਂਜਲ, ਉਸ ਫਰਿਸ਼ਤੇ ਨੇ ਜਵਾਬ ਦਿੱਤਾ, ਉੱਤਰ ਦਿੱਤਾ। ਹੁਣ ਤੁਹਾਨੂੰ ਵੀ ਪਤਾ, ਮੈਂ ਤੁਹਾਨੂੰ ਦੱਸਿਆ ਕਿ ਐਬੂ ਬਿਨ ਐਦਮ ਤਾਂ ਸੂਫੀ ਸੇਂਟ ਸੀ, ਅਤੇ ਉਹ ਸੂਫੀ ਸੇਂਟ ਸੀ ਜਿਹੜੇ ਕਿ ਹਮੇਸ਼ਾ ਹੀ ਰੱਬ ਨੂੰ ਯਾਦ ਕਰਦੇ ਰਹਿੰਦੇ ਸੀ, ਪਰਮਾਤਮਾ ਦੀ ਭਗਤੀ ਵਿੱਚ ਲੱਗੇ ਰਹਿੰਦੇ ਸੀ। ਲੇਕਿਨ ਤੇ ਜਦੋਂ ਉਹਨਾਂ ਨੇ ਪੁੱਛਿਆ ਸੀ ਐਬੂ ਬਿਨ ਐਦਮ ਨੇ ਐਂਜਲ ਨੂੰ ਕਿ ਤੂੰ ਕਿਹਦੇ ਨਾਮ ਲਿਖ ਰਿਹਾ, ਤਾਂ ਉਹਨਾਂ ਨੇ ਕੀ ਕਿਹਾ ਸੀਗਾ ਕਿ ਜਿਹੜੇ ਰੱਬ ਨੂੰ ਪਿਆਰ ਕਰਦੇ ਨੇ, ਮੈਂ ਉਹਨਾਂ ਦੇ ਨਾਮ ਲਿਖ ਰਿਹਾ। ਅਤੇ ਐਬੂ ਨੇ ਵੀ ਸੋਚਿਆ ਹੋਣਾ ਮੇਰਾ ਵੀ ਨਾਮ ਹੋਊਗਾ, ਤਾਂ ਬਟ ਅੱਗੋਂ ਐਂਜਲ ਨੇ ਕੀ ਜਵਾਬ ਦੇ ਦਿੱਤਾ? ਨਹੀਂ, ਤੇਰਾ ਨਾਮ ਤਾਂ ਹੈ ਨਹੀਂ।
ਹੁਣ ਜਦੋਂ ਆਪਾਂ ਕੋਈ ਚੰਗਾ ਕੰਮ ਕਰਦੇ ਹੋਈਏ ਆਪਾਂ ਕਹਿੰਦੇ ਆ ਮੇਰੀ ਵੀ ਤਾਰੀਫ ਹੋਵੇ, ਲੇਕਿਨ ਜੇ ਕੋਈ ਨਾ ਤਾਰੀਫ ਕਰੇ ਤਾਂ ਇੱਕ ਵਾਰੀ ਆਪਾਂ ਨੂੰ ਦੁੱਖ ਤਾਂ ਲੱਗਦਾ ਹੈ, ਠੀਕ ਆ। ਤਾਂ ਐਬੂ ਸਪੋਕ ਮੋਰ ਲੋ। ਹੁਣ ਐਬੂ ਜਿਹੜਾ ਸੀ ਨਾ ਉਹ ਸਪੋਕ ਮੋਰ ਲੋ ਮਤਲਬ ਪਹਿਲਾਂ ਨਾਲੋਂ ਹੌਲੀ ਬੋਲੇ, ਵੀ ਇੱਕਦਮ ਉਹਨਾਂ ਨੂੰ ਫੀਲ ਹੋਇਆ ਹੋਣਾ ਹੈ ਨਾ ਮੇਰਾ ਨਾਮ ਨਹੀਂ ਹੈਗਾ, ਤਾਂ ਐਬੂ ਸਪੋਕ ਮੋਰ ਲੋ, ਉਹ ਪਹਿਲਾਂ ਨਾਲੋਂ ਹੌਲੀ ਬੋਲੇ, ਬਟ ਲੇਕਿਨ ਚੀਅਰਲੀ ਸਟਿਲ, ਲੇਕਿਨ ਹਜੇ ਵੀ ਖੁਸ਼ੀ ਨਾਲ। ਦੇਖੋ ਤਸੱਲੀ ਦੇਖੋ ਉਹਨਾਂ ਦੇ ਮਨ ਦੇ ਅੰਦਰ, ਸੈਟਿਸਫੈਕਸ਼ਨ ਦੇਖੋ ਉਹਨਾਂ ਦੇ ਮਨ ਦੇ ਅੰਦਰ, ਕਿ ਚਾਹੇ ਉਹਨਾਂ ਦਾ ਨਾਮ ਨਹੀਂ ਸੀ, ਚਾਹੇ ਉਹ ਰੱਬ ਨੂੰ ਯਾਦ ਕਰਦੇ ਸੀ, ਪਿਆਰ ਕਰਦੇ ਸੀ, ਭਗਤੀ ਕਰਦੇ ਸੀ, ਅਤੇ ਉਹਦਾ ਨਾਮ ਉਸ ਬੁੱਕ ਦੇ ਵਿੱਚ ਨਹੀਂ ਸੀ, ਉਹ ਪਹਿਲਾਂ ਨਾਲੋਂ ਹੌਲੀ ਤਾਂ ਜ਼ਰੂਰ ਬੋਲੇ, ਲੇਕਿਨ ਖੁਸ਼ੀ ਹਜੇ ਵੀ ਉਹਨਾਂ ਦੇ ਉਨੀ ਹੀ ਸੀ ਮੂੰਹ ਦੇ ਉੱਤੇ। ਐਂਡ ਸੈਡ, ਅਤੇ ਕਿਹਾ, ਆਈ ਪ੍ਰੇ ਦੀ, ਦੈਨ ਪ੍ਰੇ ਪ੍ਰਾਰਥਨਾ ਕਰਦਾ, ਦੀ ਮੈਨੇ ਤੈਨੂੰ, ਦੈਨ ਮੈਨੇ ਫਿਰ, ਇਸ ਕਰਕੇ ਮੈਂ ਤੈਨੂੰ ਫਿਰ ਪ੍ਰਾਰਥਨਾ ਕਰਦਾ। ਹੁਣ ਬਹੁਤ ਸੋਹਣੀ ਗੱਲ ਹੈ ਪੁੱਤ ਸੁਣਨ ਵਾਲੀ। ਰਾਈਟ ਮੀ ਐਜ਼ ਵਨ ਦੈਟ ਲਵਜ਼ ਹਿਜ਼ ਫੈਲੋ ਮੈਨ। ਜਿਹਨੂੰ ਆ ਲਾਈਨ ਸਮਝ ਆ ਗਈ ਸਮਝ ਲਓ ਪੋਇਮ ਸਮਝ ਆ ਗਈ। ਰਾਈਟ ਮੀ ਐਜ਼ ਵਨ ਦੈਟ ਲਵਜ਼ ਹਿਜ਼ ਫੈਲੋ ਮੈਨ, ਕਹਿੰਦਾ ਫਿਰ ਮੈਂ ਤੈਨੂੰ ਪ੍ਰਾਰਥਨਾ ਕਰਦਾ ਕਿ ਮੇਰਾ ਨਾਮ ਕਿਹਦੇ ਤੌਰ 'ਤੇ ਲਿਖ, ਮੇਰਾ ਨਾਮ ਉਹਨਾਂ ਦੇ ਤੌਰ 'ਤੇ ਲਿਖ, ਉਸ ਨਾਂ ਦੇ ਤੌਰ 'ਤੇ ਲਿਖ, ਉਸ ਇਨਸਾਨ ਦੇ ਤੌਰ 'ਤੇ ਲਿਖ, ਦੈਟ ਲਵਜ਼ ਹਿਜ਼ ਫੈਲੋ ਮੈਨ, ਜਿਹੜਾ ਕਿ ਉਸ ਰੱਬ ਦੇ ਬਣਾਏ ਹੋਏ ਬੰਦਿਆਂ ਨੂੰ ਪਿਆਰ ਕਰਦਾ। ਕਿ ਚੱਲ ਤੂੰ ਮੇਰਾ ਨਾਮ ਉਹਨਾਂ 'ਚ ਤਾਂ ਨਹੀਂ ਲਿਖਿਆ ਜਿਹੜੇ ਰੱਬ ਨੂੰ ਪਿਆਰ ਕਰਦੇ ਆ, ਪਰ ਮੇਰਾ ਨਾਮ ਕਾਹਦੇ 'ਚ ਲਿਖੀ, ਜਿਹੜੇ ਰੱਬ ਦੇ ਬਣਾਏ ਹੋਏ ਬੰਦਿਆਂ ਨੂੰ ਪਿਆਰ ਕਰਦੇ ਆ। ਦਾ ਏਂਜਲ ਰੋਟ, ਏਂਜਲ ਨੇ ਲਿਖਿਆ, ਫਰਿਸ਼ਤੇ ਨੇ ਲਿਖਿਆ, ਐਂਡ ਵੈਨਿਸ਼ਡ, ਅਤੇ ਉਹ ਚਲਾ ਗਿਆ, ਯਾਨੀ ਕਿ ਉਹਦੇ ਅੱਖਾਂ ਤੋਂ ਓਝਲ ਹੋ ਗਿਆ। ਦ ਨੈਕਸਟ ਨਾਈਟ, ਅਗਲੀ ਰਾਤ ਕੀ ਹੋਇਆ, ਇਟ ਕੇਮ ਅਗੇਨ, ਉਹ ਫਿਰ ਆਇਆ, ਵਿਦ ਅ ਗ੍ਰੇਟ ਵੇਕਨਿੰਗ ਲਾਈਟ, ਫਿਰ ਦੁਬਾਰਾ, ਗ੍ਰੇਟ ਮੈਨੇ ਵੈਸੇ ਮਹਾਨ ਨੂੰ ਕਹਿੰਦੇ ਆ, ਇੱਥੇ ਆਪਾਂ ਗ੍ਰੇਟ ਨੂੰ ਕਹਾਂਗੇ ਬਹੁਤ ਜ਼ਿਆਦਾ, ਵੇਕਨਿੰਗ ਲਾਈਟ ਉਸ ਤਰ੍ਹਾਂ ਹੀ ਉਹਨੂੰ ਜਗਾਉਣ ਵਾਲੀ ਰੋਸ਼ਨੀ, ਬਹੁਤ ਜ਼ਿਆਦਾ ਜਿਹੜੀ ਸੀ ਰੋਸ਼ਨੀ ਹੋ ਗਈ। ਐਂਡ ਸ਼ੋਡ ਦਾ ਨੇਮਸ, ਸ਼ੋਡ ਮਤਲਬ ਦਿਖਾਇਆ, ਦੇਖੋ ਫਿਰ ਇੱਥੇ ਕੌਮਾ ਹੈ ਨਾ ਇਹ ਵਾਲਾ, ਈ ਹੈ ਤਾਂ ਸਮਝ ਲਓ ਤੁਸੀਂ। ਐਂਡ ਸ਼ੋਡ ਦਾ ਨੇਮਸ ਹੂ ਲਵ ਅ God had blessed, ਮੈਂ ਰਿਪੀਟ ਕਰਦੀ ਹਾਂ, ਐਂਡ ਸ਼ੋਡ ਦਾ ਨੇਮਸ, ਅਤੇ ਨਾਮ ਦਿਖਾਏ, ਕਿਹੜੇ ਨਾਮ, whom love of God had blessed, ਜਿਨ੍ਹਾਂ ਨੂੰ ਰੱਬ ਦੇ ਪਿਆਰ ਦਾ ਆਸ਼ੀਰਵਾਦ ਮਿਲਿਆ ਹੋਇਆ ਸੀ। ਐਂਡ ਲੋ, ਇੱਥੇ ਜਿਹੜਾ ਐਲੋ ਲੋ ਹੈ ਲੁੱਕ ਵਾਸਤੇ ਹੈ ਬੇਟੇ, ਐਂਡ ਲੁੱਕ ਬੈਨ ਐਦਮਸ ਨੇਮ ਲੈਡ ਆਲ ਦਾ ਰੈਸਟ, ਦੇਖੋ ਨਾਮ ਲਿਖਿਆ ਹੋਇਆ ਸੀ ਉਹਨਾਂ ਦਾ, ਵੀ ਉਹਨਾਂ ਦੇ ਨਾਮ ਲਿਖੇ ਸੀ ਜਿਨ੍ਹਾਂ ਨਾਵਾਂ ਦੇ ਉੱਤੇ ਰੱਬ ਦਾ ਆਸ਼ੀਰਵਾਦ ਸੀ। ਅਤੇ ਬੈਨ ਐਦਮਸ ਨੇਮ ਲੈਡ ਆਲ ਦਾ ਰੈਸਟ, ਦਾ ਰੈਸਟ ਹੁੰਦਾ ਬਾਕੀ ਬਚੇ ਹੋਏ। ਲੈਡ, LED ਲੈਡ, ਲੀਡ ਲੈਡ, ਲੈਡ LEAD, ਲੀਡ ਹੁੰਦਾ ਵੈ ਅਗਵਾਈ ਕਰਨਾ, ਲੀਡ ਤੋਂ ਵਰਡ ਬਣਦਾ ਲੀਡਰ, ਨਾਉਨ ਲੀਡਰ ਬਣਦਾ ਨਾ, ਤਾਂ ਲੀਡ ਦੀ ਸੈਕਿੰਡ ਫਾਰਮ ਹੁੰਦੀ ਹੈ ਲੈਡ। ਐਂਡ ਲੋ ਬੈਨ ਐਦਮਸ ਨੇਮ ਲੈਡ ਆਲ ਦਾ ਰੈਸਟ, ਅਤੇ ਦੇਖੋ ਜਿਹੜਾ ਬੈਨ ਐਦਮ ਦਾ ਨਾਮ ਸੀ ਉਹ ਬਾਕੀ ਸਾਰੇ ਨਾਵਾਂ ਤੋਂ ਮੂਹਰੇ ਸੀ। ਕਹਿਣ ਦਾ ਭਾਵ ਹੈ ਕਿ ਰੱਬ ਜੀ ਨੂੰ ਪਿਆਰ ਕਰਨ ਵਾਲੇ ਬੰਦਿਆਂ 'ਚ ਉਹਦਾ ਨਾਮ ਨਹੀਂ ਹੈਗਾ ਸੀ, ਲੇਕਿਨ ਰੱਬ ਜੀ ਦੇ ਬਣਾਏ ਬੰਦਿਆਂ ਨੂੰ ਪਿਆਰ ਕਰਨ ਵਾਲੇ ਬੰਦਿਆਂ 'ਚੋਂ ਨਾਮ ਹੈਗਾ ਸੀ। ਕਹਿਣ ਦਾ ਭਾਵ ਹੈ ਅਤੇ ਉਹ ਵੀ ਸਭ ਤੋਂ ਉੱਪਰ ਸੀ। ਇਹਦਾ ਮਤਲਬ ਇਹ ਹੋਇਆ ਕਿ ਰੱਬ ਜੀ ਉਹਨਾਂ ਨੂੰ ਤਾਂ ਪਿਆਰ ਕਰਦੇ ਹੀ ਕਰਦੇ ਆ ਜਿਹੜੇ ਰੱਬ ਨੂੰ ਪਿਆਰ ਕਰਦੇ ਹੈ, ਲੇਕਿਨ ਜਿਹੜਾ ਇਨਸਾਨ ਰੱਬ ਦੇ ਬਣਾਏ ਇਨਸਾਨਾਂ ਨਾਲ ਪਿਆਰ ਕਰਦਾ, ਬ੍ਰਦਰਹੁੱਡ ਹੁੰਦੀ ਜਿਹਦੇ ਅੰਦਰ, ਉਹਨਾਂ ਦਾ ਖਿਆਲ ਰੱਖਦਾ, ਠੀਕ ਹੈ, ਇਨਸਾਨੀਅਤ ਹੁੰਦੀ ਜਿਹਦੇ ਅੰਦਰ, ਉਹਦਾ ਜਿਹੜਾ ਨਾਮ ਹੁੰਦਾ ਵੈ ਉਹ ਰੱਬ ਨੂੰ ਪਿਆਰ ਕਰਨ ਵਾਲੇ ਬੰਦਿਆਂ ਦੀ ਲਿਸਟ ਵਿੱਚ ਸਭ ਤੋਂ ਉੱਚਾ ਹੁੰਦਾ। ਅਤੇ ਐਬੂ ਬਿਨ ਐਦਮ ਦਾ ਵੀ ਨਾਮ ਜਿਹੜਾ ਸੀ ਉਹ ਸਭ ਤੋਂ ਉੱਪਰ ਸੀ ਉਹਨਾਂ ਨਾਵਾਂ ਦੇ ਵਿੱਚ। ਤੁਹਾਨੂੰ ਇਸ ਪੋਇਮ ਦਾ ਅਸਲੀ ਮੀਨਿੰਗ ਸਮਝ ਆਇਆ ਬੇਟੇ, ਕਿ ਅਸੀਂ ਰੱਬ ਨੂੰ ਪਿਆਰ ਕਰਦੇ ਹਾਂ, ਰੱਬ ਹੈਗਾ ਹੈ ਨਹੀਂ ਹੈਗਾ, ਅਸੀਂ ਰੱਬ ਨੂੰ ਪਿਆਰ ਕਰਦੇ ਹਾਂ ਨਹੀਂ ਕਰਦੇ, ਉਹ ਇੱਕ ਅਲੱਗ ਕਨਸੈਪਟ ਹੈ, ਲੇਕਿਨ ਅਸਲੀ ਕਨਸੈਪਟ ਕੀ ਹੈ ਕਿ ਅਸੀਂ ਰੱਬ ਦੇ ਬਣਾਏ ਹੋਏ ਇਨਸਾਨਾਂ ਦਾ ਦਿਲ ਨਾ ਦਿਖਾਈਏ, ਉਹਨਾਂ ਦੇ ਦਰਦ ਨੂੰ ਆਪਾਂ ਪਹਿਚਾਨੀਏ, ਉਹਨਾਂ ਦੇ ਨਾਲ ਆਪਾਂ ਪਿਆਰ ਕਰੀਏ, ਇਨਸਾਨਾਂ ਦੇ ਕੰਮ ਆਈਏ, ਉਹਨਾਂ ਦੀ ਲੋੜ ਵੇਲੇ ਉਹਨਾਂ ਦੀ ਹੈਲਪ ਕਰੀਏ। ਤਾਂ ਇਹ ਇਸ ਪੋਇਮ ਦਾ ਅਸਲੀ ਸੈਂਟਰਲ ਆਈਡੀਆ ਹੈ। ਮੈਂ ਤੁਹਾਨੂੰ 4 ਕੁ ਲਾਈਨਾਂ ਦੇ ਵਿੱਚ ਇਹਦੀ ਗੱਲ ਨੂੰ ਸਮਝਾਉਣੀ ਆ ਬੇਟੇ। ਦੇਖੋ ਬੇਟੇ, ਹੁਣ ਇਸ ਪੋਇਮ ਦਾ ਅਸਲੀ ਮੀਨਿੰਗ, ਦਿਸ ਪੋਇਮ ਸ਼ੋਜ਼ ਹਾਊ ਐਬੂ ਵਾਜ਼ ਏਬਲ ਟੂ ਵਿਨ ਦ ਲਵ ਆਫ ਗੋਡ। ਤਾਂ ਫਿਰ ਇਹ ਪੋਇਮ ਸਾਨੂੰ ਕੀ ਦੱਸਦੀ ਹੈਗੀ ਆ ਕਿ ਐਬੂ ਜਿਹੜਾ ਸੀ ਨਾ ਉਹ ਰੱਬ ਦਾ ਪਿਆਰ ਪਾਉਣ ਦੇ ਯੋਗ ਕਿਵੇਂ ਹੋਇਆ, ਉਹਨੇ ਰੱਬ ਦਾ ਪਿਆਰ ਕਿਵੇਂ ਜਿੱਤਿਆ, ਥਰੂ ਦ ਲਵ ਆਫ ਹਿਜ਼ ਫੈਲੋ ਮੈਨ, ਕਿਵੇਂ ਜਿੱਤਿਆ ਉਹਨੇ ਆਪਦੇ ਨਾਲ ਦੇ ਇਨਸਾਨਾਂ ਨੂੰ ਪਿਆਰ ਕਰਕੇ। ਲਵ ਆਫ ਮੈਨ ਇਜ਼ ਦਾ ਟਰੂ ਲਵ ਆਫ ਗੋਡ, ਜਿਹੜਾ
ਆਦਮੀ ਨੂੰ ਪਿਆਰ ਕਰਨਾ ਹੈ, ਇਨਸਾਨਾਂ ਨੂੰ ਪਿਆਰ ਕਰਨਾ ਹੈ, ਫੈਲੋ ਬੀਇੰਗਸ ਨੂੰ ਪਿਆਰ ਕਰਨਾ ਹੈ, ਉਹੀ ਅਸਲੀ ਪਿਆਰ ਹੈ ਤੇ ਉਹੀ ਅਸਲੀ ਰੱਬ ਨੂੰ ਕੀਤਾ ਗਿਆ ਪਿਆਰ ਹੈ। ਇਟ ਇਜ਼ ਦਾ ਬੈਸਟ ਵੇ ਟੂ ਪਲੀਜ਼ ਗੋਡ। ਪਲੀਜ਼ ਹੁੰਦਾ ਖੁਸ਼ ਕਰਨਾ, ਇਹੀ ਸਭ ਤੋਂ ਚੰਗਾ ਤਰੀਕਾ ਹੈ ਰੱਬ ਨੂੰ ਖੁਸ਼ ਕਰਨ ਦਾ। ਐਂਡ ਵਿਨ ਹੀਜ਼ ਲਵ, ਤੇ ਉਹਦਾ ਪਿਆਰ ਜਿੱਤਣ ਦਾ। ਇਫ ਵੀ ਲਵ ਆਵਰ ਫੈਲੋ ਹਿਊਮਨ ਬੀਇੰਗਸ, ਜੇ ਅਸੀਂ ਆਪਣੇ ਨਾਲ ਦੇ ਇਨਸਾਨਾਂ ਨੂੰ ਪਿਆਰ ਕਰਦੇ ਹਾਂ, ਗੋਡ ਵਿਲ ਲਵ ਅਸ, ਤੇ ਰੱਬ ਸਾਨੂੰ ਆਪਣੇ ਆਪ ਹੀ ਪਿਆਰ ਕਰੇਗਾ। ਇਟ ਮੀਨਸ ਤੁਸੀਂ ਵੀ ਇਹ ਸਿੱਖਣਾ ਹੈ ਕਿ ਅਸੀਂ ਰੱਬ ਦੇ ਬਣਾਏ ਇਨਸਾਨਾਂ ਦੀ ਹੈਲਪ ਕਰਨੀ ਹੈ, ਉਹਨਾਂ ਨੂੰ ਪਿਆਰ ਕਰਨਾ ਹੈ, ਉਹਨਾਂ ਨੂੰ ਦੁੱਖ ਨਹੀਂ ਪਹੁੰਚਾਉਣਾ ਬੇਟੇ। ਹੁਣ ਆਪਾਂ ਇਹ ਤੁਹਾਨੂੰ ਥੋੜ੍ਹਾ ਜਿਹਾ ਇਹਦੇ ਵਿੱਚੋਂ ਮੈਂ ਥੋੜ੍ਹੀ ਐਕਸਰਸਾਈਜ਼ ਦੇਣੀ ਆ, ਥੋੜ੍ਹੇ ਜਿਹੇ ਵੋਕੈਬ ਦੇਣੀ ਆ, ਤੁਸੀਂ ਉਹ ਕਰਿਆ ਜੇ। ਹਾਂਜੀ ਬੇਟੇ, ਤਾਂ ਫਿਰ ਇਸ ਤੁਹਾਡੀ ਬੁੱਕ ਦੇ ਵਿੱਚ ਜਿਹੜੀ ਇਹ ਪੋਇਮ ਆ ਉਹਦੇ ਪਿੱਛੇ ਜਿੰਨੀ ਵੀ ਐਕਸਰਸਾਈਜ਼ਿਸ ਕਰਨਾ ਸੀ ਦਿੱਤੀਆਂ ਗਈਆਂ ਉਹ ਤੁਸੀਂ ਸਾਰੀਆਂ ਕਰਨੀਆਂ ਨੇ। ਉਹਦੇ ਵਿੱਚੋਂ ਕੋਈ ਟਰੂ ਫਾਲਸ ਹੈਗੇ ਆ, ਤੁਸੀਂ ਇਸ ਪੋਇਮ ਦਾ ਸੈਂਟਰਲ ਆਈਡੀਆ ਕਰੋਗੇ, ਸਮਰੀ ਕਰੋਗੇ, ਅਤੇ ਉਹਦੇ ਨਾਲ ਨਾਲ ਐਕਸਟਰਾ ਵਰਕ ਕਰੋਗੇ ਜਿਹਦੇ ਵਿੱਚ ਪੇਅਰ ਆਫ ਵਰਡਸ ਆ। ਪੇਅਰ ਆਫ ਵਰਡਸ ਹੁੰਦਾ ਵੀ ਇਹੋ ਜਿਹੇ ਵਰਡਸ ਜਿਨ੍ਹਾਂ ਦੀ ਪ੍ਰੋਨਾਂਸੀਏਸ਼ਨ ਆਪਾਂ ਨੂੰ ਸੁਣਨ 'ਚ ਬੋਲਣ 'ਚ ਸੇਮ ਲੱਗਦੀ ਆ ਬਟ ਉਹਨਾਂ ਦੇ ਮੀਨਿੰਗ ਡਿਫਰੈਂਟ ਹੁੰਦੇ ਆ। ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਵੀ ਉਹਦੇ 'ਚ ਆਇਆ ਸੀ ਨਾ ਪੀਸ, ਡਰੀਮ ਆਫ ਪੀਸ, PEACE ਪੀਸ ਹੁੰਦਾ ਅਤੇ PIECE ਵੀ ਪੀਸ ਹੁੰਦਾ, ਲੇਕਿਨ ਇਹ ਪੀਸ ਕੀ ਹੁੰਦੀ ਹੈ? ਸ਼ਾਂਤੀ। ਇਹ ਪੀਸ ਕੀ ਹੁੰਦਾ? ਟੁਕੜਾ। ਫਿਰ ਐਂਜਲ ਆਇਆ ਬੇਟੇ, ਅਤੇ ਇੱਕ ਹੁੰਦਾ ਐਂਗਲ। ਮੈਂ ਇਹ ਦੋ ਵਰਡਸ ਬਹੁਤ ਜ਼ਿਆਦਾ ਬੱਚਿਆਂ ਦੇ ਰੋਂਗ ਲਿਖੇ ਹੋਏ ਦੇਖਦੀ ਹਾਂ ਕਿ ਈ ਦੀ ਪਲੇਸਮੈਂਟ ਚੇਂਜ ਹੋਣ ਨਾਲ ਦੇਖੋ ਮੀਨਿੰਗ ਚੇਂਜ ਹੋ ਜਾਂਦਾ। ਇਹ ਐਂਜਲ ਫਰਿਸ਼ਤੇ ਨੂੰ ਕਹਿੰਦੇ ਆ, ਇਹ ਐਂਗਲ ਬੋਲਦੇ ਆ ਇਹਨੂੰ, ਠੀਕ ਹੈ। ਅਤੇ ਐਂਗਲ ਕੋਣ ਨੂੰ ਕਹਿੰਦੇ ਆ, ਟਰਾਇੰਗਲ ਦੇ ਜਿਵੇਂ ਐਂਗਲਸ ਹੁੰਦੇ ਆ ਨਾ, ਐਂਗਲ ਕੋਣ ਨੂੰ ਕਹਿੰਦੇ ਆ। ਰਾਈਟ, WRITE ਰਾਈਟ ਹੁੰਦਾ, ਇਹਦੇ 'ਚ W ਸਾਈਲੈਂਟ ਹੁੰਦੀ ਆ, ਅਤੇ ਇਹ ਰਾਈਟ RIGHT ਰਾਈਟ ਹੁੰਦਾ। ਇਹ ਰਾਈਟ ਲਿਖਣਾ ਹੁੰਦਾ, ਇਹ ਰਾਈਟ ਅਧਿਕਾਰ ਹੁੰਦਾ। PRAY ਪ੍ਰੇ, ਅਤੇ PREY ਵੀ ਪ੍ਰੇ ਹੁੰਦਾ। ਜਿਹੜਾ PRAY ਪ੍ਰੇ ਹੁੰਦਾ ਇਹ ਹੁੰਦਾ ਪ੍ਰਾਰਥਨਾ, ਠੀਕ ਹੈ, ਪ੍ਰਾਰਥਨਾ ਕਰਨਾ। ਜਿਹੜਾ PREY ਪ੍ਰੇ ਹੁੰਦਾ ਇਹ ਪ੍ਰੇ ਹੁੰਦਾ ਜਿਹੜਾ ਸ਼ਿਕਾਰ, ਠੀਕ ਹੈ। ਮੇਡ, MADE ਮੇਡ, ਮੇਡ ਮੈਨੇ ਬਣਾਇਆ, ਜਿਵੇਂ ਅੱਜ ਕੱਲ੍ਹ ਕੰਸੈਪਟ ਚੱਲ ਰਿਹਾ ਮੇਡ ਇਨ ਇੰਡੀਆ ਦਾ, ਤਾਂ ਉਹ ਮੇਡ ਹੁੰਦਾ ਬਣਾਇਆ। MAID ਮੇਡ, ਜਿਵੇਂ ਆਪਣੇ ਘਰੇ ਹੈਲਪਰ ਹੁੰਦੀ ਹੈ ਨਾ ਕੰਮ ਲਈ, ਮਮਾ ਦੇ ਨਾਲ ਹੈਲਪਰ ਲੱਗੀ ਹੁੰਦੀ ਆ ਕੰਮ ਲਈ, ਤਾਂ ਆਪਾਂ ਉਹਨੂੰ ਕੀ ਕਹਿ ਦਿੰਦੇ ਹਾਂ? ਮੇਡ ਕਹਿ ਦਿੰਦੇ ਹਾਂ, ਠੀਕ ਹੈ। ਫਿਰ ਅੱਗੇ ਆ ਜਾਂਦਾ ਬੇਟੇ ਵਨ ਕੰਪਾਊਂਡ ਵਰਡ। ਵਨ ਕੰਪਾਊਂਡ ਵਰਡ ਮਤਲਬ ਕਈ ਵਾਰੀ ਇੱਕ ਲੰਬਾ ਜਿਹਾ ਸੈਂਟੈਂਸ ਹੁੰਦਾ ਤਾਂ ਉਹਨਾਂ ਦੀ ਥਾਂ 'ਤੇ ਆਪਾਂ ਇੱਕ ਸਿੰਪਲ ਮੀਨਿੰਗ ਦੇਣਾ ਹੁੰਦਾ ਉਹਦਾ। ਜਿਵੇਂ ਇੱਥੇ ਲਾਈਟ ਆਫ ਦਾ ਮੂਨ, ਚੰਦਰਮਾ ਦੀ ਰੋਸ਼ਨੀ, ਆਪਾਂ ਉਹਨੂੰ ਮੂਨ ਲਾਈਟ ਵੀ ਕਹਿ ਸਕਦੇ ਹਾਂ। ਦ ਟਾਈਮ ਆਫ ਦਾ ਨਾਈਟ, ਰਾਤ ਦਾ ਸਮਾਂ, ਨਾਈਟ ਟਾਈਮ ਵੀ ਕਹਿ ਸਕਦੇ ਹਾਂ। ਕਲੋਥ ਫॉर ਅ ਟੇਬਲ, ਟੇਬਲ ਦੇ ਲਈ ਕੱਪੜਾ, ਟੇਬਲ ਕਲੋਥ ਵੀ ਕਹਿ ਸਕਦੇ ਹਾਂ। ਲੀਡਰ ਆਫ ਦ ਕਲਾਸ, ਕਲਾਸ ਦਾ ਲੀਡਰ, ਕਲਾਸ ਲੀਡਰ ਵੀ ਕਹਿ ਸਕਦੇ ਹਾਂ, ਮੋਨੀਟਰ ਵੀ ਕਹਿ ਸਕਦੇ ਹਾਂ। ਬਰੱਸ਼ ਫॉर ਦ ਟੀਥ, ਦੰਦਾਂ ਦੇ ਲਈ ਬਰੱਸ਼, ਟੂਥ ਬਰੱਸ਼ ਵੀ ਕਹਿ ਸਕਦੇ ਹਾਂ। ਦ ਪੋਟ ਫॉर ਦ ਫਲਾਵਰਸ, ਫੁੱਲਾਂ ਦੇ ਲਈ ਪੋਟ, ਫਲਾਵਰ ਪੋਟ ਵੀ ਕਹਿ ਸਕਦੇ ਹਾਂ। ਤਾਂ ਇਸ ਤਰੀਕੇ ਦੇ ਨਾਲ ਬੇਟੇ ਮੈਂ ਚਾਹੁੰਦੀ ਹਾਂ ਕਿ ਤੁਸੀਂ ਇਸ ਖੂਬਸੂਰਤ ਜੀ ਪੋਇਮ ਐਬੂ ਬਿਨ ਐਦਮ ਨੂੰ ਧਿਆਨ ਨਾਲ ਸੁਣਨਾ, ਠੀਕ ਹੈ। ਇਹਦੀ ਸਾਰੀ ਵੋਕੈਬਲਰੀ ਲਿਖਣੀ ਆ, ਅਤੇ ਜਿੰਨੀ ਵੀ ਵੋਕੈਬ ਮੈਂ ਲਿਖਾਈ ਆ ਉਹਦੇ ਸਭ ਦੇ ਸੈਂਟੈਂਸਿਸ ਬਣਾਉਣੇ ਆ। ਤੁਸੀਂ ਪੰਜਾਬੀ 'ਚ ਵੀ ਮੀਨਿੰਗ ਲਿਖਣੇ ਆ, ਪੇਅਰ ਆਫ ਵਰਡਸ ਵੀ ਕਰਨੇ ਆ, ਕੰਪਾਊਂਡ ਵਰਡ ਵੀ ਕਰਨੇ ਹੈਗੇ ਆ, ਅਤੇ ਸੈਂਟਰਲ ਆਈਡੀਆ ਵੀ ਕਰਨਾ। ਉਮੀਦ ਕਰਦੀ ਹਾਂ ਕਿ ਤੁਹਾਨੂੰ ਮੇਰੀ ਪੋਇਮ ਸਮਝ ਆਈ ਹੋਊਗੀ, ਠੀਕ ਆ ਨਾ। ਅਤੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ, ਘਰੇ ਰਹਿਣਾ, ਲੇਕਿਨ ਪੜ੍ਹਨਾ ਜ਼ਰੂਰ ਹੈਗਾ। ਤਾਂ ਸੀਰੀਅਸਲੀ ਪੜ੍ਹਨਾ ਬੇਟੇ ਬਹੁਤ ਜ਼ਰੂਰੀ ਹੋ ਚੁੱਕਾ ਹੁਣ, ਸੀਰੀਅਸਲੀ ਪੜ੍ਹਨਾ। ਤਾਂ ਫਿਰ ਮੈਂ ਤੁਹਾਨੂੰ ਨੈਕਸਟ ਕੰਮ ਦੇ ਵਿੱਚ ਮਿਲਦੀ ਹਾਂ, ਨੈਕਸਟ ਵੀਡੀਓ 'ਚ ਮਿਲਦੀ ਹੈਗੀ ਹਾਂ। ਉਦੋਂ ਤੱਕ ਸਟੇ ਹੋਮ, ਸਟੇ ਸੇਫ, ਠੀਕ ਹੈ। ਚੈਨਲ ਸਬਸਕ੍ਰਾਈਬ ਕਰ ਲੈਣਾ। ਓਕੇ ਬਾਏ, ਟੇਕ ਕੇਅਰ ਬੇਟੇ।